अच्छा जी, तुसी ਜਦੋਂ ਇੱਧਰ ਆਉਂਦੇ ਹੋ ਆਪਣੇ ਮੁਲਕ ਤੋਂ ਜਦੋਂ ਇੱਧਰ ਆਉਂਦੇ ਹੋ ਤੁਹਾਨੂੰ ਇੱਥੇ ਕੀ ਮੁਲਕ 'ਚ ਕੀ ਮਹਿਸੂਸ ਕਰਦੇ ਹੋ? ਤੁਹਾਨੂੰ ਪਿਆਰ ਮਿਲਦਾ ਹੈ? बड़ा प्यार मिलता सानू सारे प्यार करते हैं कोई यहो जी माड़ा चंगा नहीं असी भावें धक्का कर जाने पर वो नहीं बोलते अगों बहुत प्यार देंदे ने साडे ਵੱਲੋਂ मतलब भी बहुत वधिया ਤਾਂ ਕਿੰਨੇ ਅਰਸੇ ਤੋਂ ਇੱਧਰ ਆ ਰਹੇ ਹੋ? ਸਰ ਮੈਂ ਤੇ ਆਪਣੇ ਆਪ ਨੂੰ ਬਹੁਤ ਹੀ ਭਾਗਿਆਸ਼ਾਲੀ ਸਮਝਦਾ ਜਿਹੜਾ ਮੈਂ ਪਹਿਲੀ ਵਾਰੀ ਆ ਗਿਆ ਜੀ ਤੇ ਬਹੁਤ ਮਜ਼ਾ ਆਇਆ ਜੀ। ਮੈਂ ਇੰਨਾ ਖੁਸ਼ ਹਾਂ ਆਂਦੇ ਨੇ ਇੱਕ ਕਹਾਵਤ ਹੈ ਪੰਜਾਬੀ 'ਚ ਜਿਹੜਾ ਜਿਹਨੇ ਨਨਕਾਣਾ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਪਰ ਮੈਂ ਆਪਣੇ ਆਪ ਨੂੰ ਬਹੁਤ ਟਾਈਮ ਤੋਂ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦੇ ਕੋਲ ਹਾਜ਼ਰ ਹੋ ਰਹੇ ਹੋ? ਅਸੀਂ ਉਹ ਤਾਂ ਦੇਖੋ ਜਦੋਂ ਜੰਮਣ ਸਾਰ ਸਾਡੇ ਬੜ ਵਡੇਰੇ ਮਤਲਬ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਸੀ। ਅਸੀਂ ਵੀ ਉਦੋਂ ਤੋਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ। मतलब गुरु नानक जी अस्सलाम वालेकुम नाजरीन, आप देख रहे हैं दुनिया है साफ़त की। मैं हूं आपका मेज़बान शहबाज सरवर। आज हम आए हैं ननकाना सिटी और यहां पे आप देख सकते हैं मेरे पीछे मौजूद है जन्म स्थान गुरु नानक साहब। यहाँ पे सिक्योरिटी रीज़न्स की वजह से वैसे तो अंदर नहीं जाने दे रहे, लेकिन हमने यहाँ पे बाहर जो इनके गुरु नानक साहब के पैरोकार हैं यानी कि जो सिख बरदरी है, हम उनसे सवाल जवाब करते हैं और पूछते हैं गुरु नानक साहब के बारे में। जी अस्सलाम वालेकुम। वालेकुम सलाम। की ना जे बजुर्गो ਤੁਹਾਡਾ? मेरा नाम ज्ञान सिंह है जी। ਅੱਛਾ, ਤੁਸੀਂ ਇੱਧਰ ਦੇ ਇਸੀ ਨਨਕਾਣਾ ਸਿਟੀ ਦੇ ਰਿਹਾਇਸ਼ੀ ਹੋ ਕਿ ਤੁਸੀਂ ਕਿੱਧਰੋਂ ਤਸ਼ਰੀਫ ਲਾਏ ਹੋ? ਅਸੀਂ ਇੰਡੀਆ ਪੰਜਾਬ ਦੇ ਆ, ਚੜ੍ਹਦੇ ਪੰਜਾਬ ਦੇ। ਤੇ ਤੁਸੀਂ ਕਿੰਨੇ ਟਾਈਮ ਤੋਂ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦੇ ਕੋਲ ਹਾਜ਼ਰ ਹੋ ਰਹੇ ਹੋ? ਅਸੀਂ ਉਹ ਤਾਂ ਦੇਖੋ ਜਦੋਂ ਜੰਮਣ ਸਾਰ ਸਾਡੇ ਬੜ ਵਡੇਰੇ ਮਤਲਬ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਸੀ। ਅਸੀਂ ਵੀ ਉਦੋਂ ਤੋਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ। मतलब गुरु नानक देव जी एक ऐसे गुरु होए ने जी सबना दे आवल अल्लाह नूर पाया कुदरत के सब बंदे के नूर से सब जग पुजया कौल भले को मंदे ऐसे गुरु होए ने। उन्हां नाल कोई किसी नाल भी जन्नत नाल कोई मतलब आम लोगों नाल कोई बैर विरोध नहीं सी। असल यही कई उन्हां च जिहड़े मुसलमान भी लोग सी ਉਹਦੇ ਸੰਗ ਕਰਦੇ ਸੀ, ਜਿਵੇਂ ਭਾਈ ਮਰਦਾਨਾ। ਮਤਲਬ ਉਹ ਤਾਂ ਇੱਕ ਸੱਚ ਦਾ ਸੁਨੇਹਾ ਦੇਣ ਵਾਸਤੇ ਇਸ ਕਲਯੁਗ 'ਚ ਆਏ ਸੀ, ਅਵਤਾਰ ਧਾਰਿਆ ਸੀ। ਮੈਂ ਤਾਂ ਕਾਲੂ ਜੀ ਦੇ ਸੁਪੁੱਤਰ ਸੀ, ਮਾਤਾ ਤ੍ਰਿਪਤਾ ਦੇ ਲੜਕੇ ਸੀ, ਭੈਣ ਨਾਨਕੀ ਦੇ ਵੀਰ ਸੀ। 1469 'ਚ ਉਹਦਾ ਜਨਮ ਹੋਇਆ ਇਸੇ ਸਥਾਨ 'ਚ। ਜਦੋਂ ਉਹਦਾ ਜਨਮ ਹੋਇਆ ਉਹਦਾ ਬਾਪ ਉਹਨੂੰ ਇੰਨਾ ਨਹੀਂ ਪਛਾਣ ਸਕਿਆ। ਜਿਹਦੀ ਭੈਣ ਸੀ ਨਾਨਕੀ ਉਹ ਪਛਾਣ ਗਈ ਸੀ ਵੀ ਇਹ ਰੱਬ ਹੈ, ਇਹ ਖੁਦਾ ਹੈ, ਇਹ ਕਾਲ ਪੁਰਖ ਹੈ, ਇਹ ਇੱਕ ਨਿਰੋਲ ਬੰਦਾ ਹੈ ਦੁਨੀਆ ਨੂੰ ਤਾਰਨ ਵਾਸਤੇ ਸੱਚ ਦਾ ਸੁਨੇਹਾ ਲੈ ਕੇ ਆਇਆ ਸੀ। ਉਹ ਜਿੱਥੇ ਵੀ ਗਿਆ ਚੜ੍ਹਦੇ ਇੱਕ ਵਾਰੀ ਹਰਿਦੁਆਰ ਗਿਆ। ਹਰਿਦੁਆਰ ਦੇ ਲੋਕ ਸੂਰਜ ਵਾਲੇ ਪਾਸੇ ਪਾਣੀ ਦੇ ਰਹੇ ਸੀ, ਜਿਹੜੇ ਪੰਡਿਤ ਲੋਕ ਸੀ। ਮੈਂ ਕਿਸੇ ਦੀ ਵਿਰੋਧ ਨਹੀਂ ਕਰ ਰਿਹਾ ਹੈਗਾ। ਉਹ ਜਦੋਂ ਪਾਣੀ ਦੇ ਰਹੇ ਸੀ ਨਾ, ਉਹ ਛਿਪਦੇ ਵਾਲੇ ਪਾਸੇ ਪਾਣੀ ਦੇਣ ਲੱਗ ਗਿਆ। ਉਹ ਕਹਿੰਦਾ ਇਹ ਬੰਦਾ ਕੌਣ ਆ ਜਿਹੜਾ ਇੱਧਰ ਛਿਪਦੇ ਵਾਲੇ ਪਾਸੇ ਸਾਡਾ ਗੁਰੂ ਦੇ ਇਤਿਹਾਸ ਦੀ ਤਰੋੜ ਮਰੋੜ ਰਿਹਾ ਵੀ ਅਸੀਂ ਤਾਂ ਉਹ ਸੂਰਜ ਨੂੰ ਅਰਗ ਦੇ ਰਹੇ ਹਾਂ। ਜਿਹੜੇ ਪੰਡਿਤ ਨੇ ਅਸੀਂ ਤਾਂ ਸੁਰਗ ਨੂੰ ਅਰਗ ਦੇ ਰਹੇ ਹਾਂ, ਇਹ ਬੰਦਾ ਪੱਛਮ ਵਾਲੇ ਪਾਸੇ ਛਿਪਦੇ ਵਾਲੇ ਪਾਸੇ ਪਾਣੀ ਡਿੱਗੀ ਜਾਂਦਾ। ਉਹਦਾ ਆ ਕੇ ਹੱਥ ਫੜ ਕੇ ਕਹਿੰਦਾ ਬਾਬਾ ਜੀ ਕੀ ਕਰਦਾ, ਤੁਸੀਂ ਕਮਲੇ ਦਾ ਨਹੀਂ ਹੋ ਗਏ, ਇੱਧਰ ਕੀ ਹੈ, ਇੱਧਰ ਪਾਣੀ ਗਿਰੀ ਜਾਂਦਾ। ਕਹਿੰਦਾ ਮੈਂ ਮੇਰੀ ਜ਼ਮੀਨ ਸੀਂਝ ਰਿਹਾ, ਮੇਰੀ ਜ਼ਮੀਨ ਸੁੱਕੀ ਪਈ ਹੈ, ਫਸਲ ਕਮਲਾ ਰਹੀ ਹੈ। ਕਹਿੰਦਾ ਇੰਨੀ ਦੂਰ ਤੇਰਾ ਕਿੱਥੇ ਹੈ ਸਥਾਨ? ਕਹਿੰਦਾ ਮੇਰਾ ਰਾਏ ਭੋਜ ਦੀ ਤਲਵੰਡੀ, ਤੇ ਮੈਂ ਉੱਥੇ ਦਾ ਜਨਮਿਆ ਹੋਇਆ, ਮੈਂ ਉੱਥੇ ਮੇਰੀ ਫਸਲ ਨੂੰ ਪਾਣੀ ਦੇ ਰਿਹਾ। ਅੱਛਾ, ਤੁਸੀਂ ਸਾਨੂੰ ਦੱਸੋ ਕਿ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈਗਾ, ਇਹਦੇ ਬਾਰੇ ਸਾਨੂੰ ਦੱਸੋ। ਅੰਦਰ ਜਿਹੜੇ ਹੈਗੇ ਨੇ ਗੁਰੂ ਨਾਨਕ ਸਾਹਿਬ, ਉਹਨਾਂ ਦੇ ਬਾਰੇ ਜਿਹੜੇ ਗੱਲਾਂ ਮਸ਼ਹੂਰ ਨੇ ਇੱਧਰ ਦੀਆਂ, ਉਹ ਸਾਨੂੰ ਗੱਲਬਾਤ ਦੱਸੋ। ਹਾਂ, ਅੰਦਰ ਜਦੋਂ ਮਤਲਬ ਇੱਥੇ ਜਿਹੜਾ ਹਰਦਿਆਲ ਪੰਡਿਤ ਦਾ ਹੀ ਮਕਾਨ ਆ, ਉੱਥੇ ਜਿੱਥੇ ਬਾਲ ਲੀਲਾ ਖੇਡੀ ਹੈ ਉਹਨੇ, ਜਿੱਥੇ ਜਿਹੜਾ ਪੜ੍ਹਨ ਵਾਲਾ ਬੰਦਾ ਸੀ ਹਰਦਿਆਲ ਪੰਡਿਤ, ਉਹਨੂੰ ਪੜ੍ਹਾਉਂਦਾ ਸੀ ਜਿਵੇਂ ਵੀ ਏਕਾ, ਉਹ ਏਕ ਓਂਕਾਰ ਪਹਿਲੀ ਬਣਾ ਦਿੰਦਾ ਸੀ।
ਮਤਲਬ ਉਹ ਤਾਂ ਇੱਕ ਪੜ੍ਹਿਆ ਪੜ੍ਹਾਇਆ ਸੀ। ਯਾਨੀ ਮੇਰਾ ਕਹਿਣ ਦਾ ਮਤਲਬ ਹੈ ਵੀ ਗੁਰੂ ਨਾਨਕ ਦੇਵ ਤਾਂ ਇੱਕ ਪੜ੍ਹਿਆ ਪੜ੍ਹਾਇਆ ਸੀ, ਸੱਚ ਦਾ ਸੰਦੇਸ਼ ਲੈ ਕੇ ਆਇਆ ਜੀ, ਸੱਚਾਈ ਦਾ। ਜਿਹੜੇ ਲੋਕ ਕਈ ਉਹਨੂੰ ਮਤਲਬ ਗੱਲ ਕਰਦੇ ਸੀ ਵੀ ਜਿਹੜਾ ਸਾਡਾ ਮਤਲਬ ਹਿੰਦੂ ਮਜ਼ਹਬ ਹੈ, ਅਸੀਂ ਵੀ ਉਸ ਛੋਟੇ ਬਾਲਕ ਦੇ ਜਦੋਂ ਕੋਈ ਸਾਲ 1.5 ਸਾਲ ਦਾ ਹੁੰਦਾ ਬਈ ਜਨੇਊ ਪਾ ਦਿੰਦੇ ਆ। ਉਹਦਾ ਜਦੋਂ ਪਾਂਡਾ ਪਾਉਣ ਵਾਸਤੇ ਆ, ਉਹ ਪਾਂਡੇ ਨੂੰ ਫਿਰ ਸਵਾਲ ਕਰਿਆ ਉਹਨੂੰ ਵੀ ਇਹਨੂੰ ਮੈਨੂੰ ਕਾਹਦਾ ਫਾਇਦਾ, ਮੈਨੂੰ ਐਸਾ ਜਨੇਊ ਪਾ ਨਾ ਟੁੱਟੇ ਨਾ ਗਲੇ ਨਾ ਮੈਲ ਲੱਗੇ ਨਾ ਸੜੇ। ਇਹ ਜਿਹੜਾ ਤੂੰ ਜਨੇਊ ਮੈਨੂੰ ਪਾਵੇਂਗਾ ਇਹਦਾ ਮੈਨੂੰ ਕੀ ਫਾਇਦਾ। ਅੱਛਾ, ਜਦੋਂ ਤੁਸੀਂ ਵੱਡੇ ਹੋ ਪਾਕਿਸਤਾਨ ਆਉਂਦੇ ਹੋ, ਗੁਰੂ ਨਾਨਕ ਸਾਹਿਬ ਸਰਕਾਰ ਆਉਂਦੇ ਹੋ, ਤੇ ਇੱਧਰ ਤੁਸੀਂ ਕੀ ਮਹਿਸੂਸ ਕਰਦੇ ਹੋ? ਇੱਧਰ ਦੀ ਆਵਾਮ ਦੇ ਬਾਰੇ, ਇੱਧਰ ਦੇ ਲੋਕੀ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਵਰਤਾਓ ਹੁੰਦਾ? ਜਿਹੜਾ ਪਹਿਲਾਂ ਲੋਕਾਂ ਦਾ ਮਤਲਬ ਇੱਥੇ ਪਾਕਿਸਤਾਨ ਨੂੰ ਬਦਨਾਮ ਕਰਦੇ ਸੀ, ਪਾਕਿਸਤਾਨ ਇੰਨਾ ਬਦਨਾਮ ਨਹੀਂ ਹੈ। ਇਹ ਜਿਹੜਾ ਭਾਰਤ ਦਾ ਗੋਦੀ ਮੀਡੀਆ ਉਹ ਥੋੜਾ ਬਦਨਾਮ ਕਰ ਰਿਹਾ। ਜਾਣੀ ਕਿਸੇ ਨੇ ਐਵੇਂ ਡਲਾ ਮਾਰਤਾ, ਉਹ ਮਾਰਤਾ ਜੀ ਬੰਬ। ਕਦੇ ਬੰਬ ਚੱਲਿਆ ਨਾ ਦੇਖਿਆ ਸੀ, ਜੇ ਅਸੀਂ ਵੀਜ਼ਾ ਲਵਾਉਂਦੇ ਆ ਵੀ ਤੁਸੀਂ ਉੱਥੇ ਨਾ ਜਾਓ ਤੁਹਾਨੂੰ ਮਾਰ ਦੇਣਗੇ, ਸਾਨੂੰ ਤਾਂ ਇੱਥੇ ਕਿਤੇ ਕੋਈ ਬੰਦਾ ਦੁਸ਼ਮਣ ਨਹੀਂ ਦਿਖਦਾ ਹੈਗਾ, ਸਾਡੇ ਭਾਈ ਨੇ ਸਾਰੇ। ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਜਦੋਂ ਤੁਸੀਂ ਇੱਥੇ ਆਉਂਦੇ ਹੋ ਤੁਹਾਨੂੰ ਪਿਆਰ ਮਿਲਦਾ, ਤੁਹਾਨੂੰ ਆਪਣੇ ਮੁਲਕ ਦੇ ਮੁਤਾਬਿਕ ਜਿਸ ਤਰ੍ਹਾਂ ਸਕੂਨ ਮਿਲਦਾ, ਬਹੁਤ ਜ਼ਿਆਦਾ ਸਕੂਨ ਮਿਲਦਾ। ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਕਰਤਾਰਪੁਰ ਦਾ ਲਾਂਘਾ ਨਿੱਤ ਖੁੱਲ੍ਹਣਾ ਚਾਹੀਦਾ, ਨਿੱਤ ਡੇਲੀ ਸਾਡਾ ਮੇਲ ਮਿਲਾਪ ਹੋਵੇ। ਹੁਣ ਇੱਥੇ ਦੀ ਮਹਿੰਗਾਈ ਕਿੰਨੀ ਹੈ, ਸਾਡੇ ਏਰੀਏ 'ਚ ਜਿਹੜਾ ਅਨਾਜ ਹੈ ਉਹ ਬੜਾ ਸਸਤਾ ਹੈ। ਜਿਹੜਾ ਇੱਥੇ ਦਾ ਬਾਰਡਰ ਖੁੱਲਿਆ ਹੋਵੇ, ਅਨਾਜ ਇੱਥੇ ਸਸਤਾ ਹੋਵੇ। ਇੱਥੇ ਇੰਨੀ ਮਹਿੰਗਾਈ ਆ ਨਾ, ਸਿਰ ਤੋੜ ਮਹਿੰਗਾਈ ਹੈ। ਮੈਂ ਤਾਂ ਹੈਰਾਨ ਮੰਨਦਾ ਜਿਹੜੇ ਗਰੀਬ ਲੋਕ ਨੇ ਉਹ ਕਿਵੇਂ ਗੁਜ਼ਰ ਬਸਰ ਕਰ ਰਹੇ ਨੇ। ਇੱਥੇ ਦੀ ਮਹਿੰਗਾਈ ਨੂੰ ਦੇਖ ਕੇ ਨਾ ਸਾਡਾ ਬਹੁਤ ਜ਼ਿਆਦਾ ਮਤਲਬ ਇਹ ਕਿੰਨੀ ਮਹਿੰਗਾਈ ਕਮਾਲ ਹੈ, ਕਿਵੇਂ ਇੰਨੇ ਬੱਚਿਆਂ ਨੂੰ ਪਾਲ ਰਹੇ ਨੇ ਲੋਕ। ਇਹਦਾ ਲੋਕ ਤਕੜੇ ਨੇ ਪਾਕਿਸਤਾਨ ਦੇ, ਇੰਨੀ ਮਹਿੰਗਾਈ 'ਚ ਆਪਣਾ ਤਾਂ ਵੀ ਗੁਜ਼ਰ ਬਸਰ ਕਰ ਰਹੇ ਨੇ। ਜੇ ਕਿਤੇ ਇੰਡੀਆ ਦਾ ਔਰ ਪਾਕਿਸਤਾਨ ਦਾ ਬਾਰਡਰ ਖੁੱਲ੍ਹ ਜੇ ਨਾ, ਇਹ ਸਾਨੂੰ ਬੜਾ ਸਕਾਲਾ ਹੋ ਜਾਏਗਾ, ਅਨਾਜ ਖੁੱਲ੍ਹਾ ਆਏਗਾ। ਅਨਾਜ ਸਾਡਾ ਇੰਨਾ ਸੜਦਾ ਹੈ ਸਟੋਰਾਂ 'ਚ, ਸਮੁੰਦਰਾਂ 'ਚ ਗੇਰਦੀ ਹੈ ਸਰਕਾਰ। ਪਹਿਲਾਂ ਖਰੀਦ ਲਿਆ, ਫਿਰ ਉਹਨੂੰ ਕਹਿੰਦੇ ਕੰਡਮ ਕਰ ਦਿੰਦੇ ਵੀ ਇਹ ਖਰਾਬ ਹੋ ਗਿਆ ਜੀ, ਸਮੁੰਦਰ ਡੇਗ ਦਿੱਤਾ। ਲਿਜਾਣ ਕਰਨ ਦਾ ਖਰੀਦਣ ਦਾ ਭਾੜਾ ਲੈ ਲਿਆ, ਪੈਸਾ ਬਣਾ ਲਿਆ। ਨਾ ਜ਼ਿਮੀਂਦਾਰ ਦੀ ਪੁੱਛ, ਨਾ ਅਨਾਜ ਦੀ ਕੋਈ ਕੀਮਤ। ਜੇ ਅਨਾਜ ਸਾਨੂੰ ਕਦੇ ਪਾਕਿਸਤਾਨ ਆਉਣ ਲੱਗ ਜੇ ਨਾ, ਸਾਡਾ ਬੜਾ ਫਾਇਦਾ ਹੋ ਜਾਏਗਾ, ਸਾਡਾ ਅਨਾਜ ਮਹਿੰਗਾ ਵਿਕੇਗਾ, ਇਹ ਲੋਕਾਂ ਨੂੰ ਬੜਾ ਫਾਇਦਾ ਹੋਏਗਾ। ਬਹੁਤ ਸ਼ੁਕਰੀਆ ਜਨਾਬ ਤੁਹਾਡਾ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਮਹਾਰਾਜ ਨੇ ਕਿਰਪਾ ਕੀਤੀ ਏ, ਇੱਥੇ ਆਏ ਆ ਪਾਕਿਸਤਾਨ ਦੀ ਧਰਤੀ ਤੇ। ਸਾਡੇ ਵੱਡੇ ਵਡੇਰੇ ਇੱਥੋਂ ਉੱਠ ਕੇ ਗਏ ਨੇ ਤੇ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਤੇ ਸਾਨੂੰ ਸਮਾਂ ਸਤਿਗੁਰੂ ਬਖਸ਼ਿਆ ਹੈ। ਰੋਜ਼ ਅਰਦਾਸਾਂ ਕਰਦੇ ਹਾਂ, ਮਹਾਰਾਜ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਨਜ਼ਾਰੇ ਬਖਸ਼ੋ। ਬੜੀ ਕਿਰਪਾ ਕੀਤੀ ਮਹਾਰਾਜ ਨੇ ਤੇ ਇੱਥੇ ਆ ਕੇ ਬੜਾ ਆਨੰਦ ਆਇਆ, ਬੜਾ ਸਾਥ ਦਿੱਤਾ ਹੈ ਸਾਰੇ ਪ੍ਰਸ਼ਾਸਨ ਨੇ, ਸਾਰਿਆਂ ਵੀਰਾਂ ਨੇ ਦਿੱਤਾ ਹੈ, ਬੜਾ ਆਨੰਦ ਆਇਆ ਹੈ। ਤੇ ਅੱਛਾ ਜੀ, ਤੁਸੀਂ ਜਦੋਂ ਇੱਧਰ ਆਉਂਦੇ ਹੋ ਆਪਣੇ ਮੁਲਕ ਤੋਂ, ਜਦੋਂ ਇੱਧਰ ਆਉਂਦੇ ਹੋ ਤੁਹਾਨੂੰ ਇੱਥੇ ਕੀ ਮੁਲਕ 'ਚ ਕੀ ਮਹਿਸੂਸ ਕਰਦੇ ਹੋ? ਤੁਹਾਨੂੰ ਪਿਆਰ ਮਿਲਦਾ? ਬੜਾ ਪਿਆਰ ਮਿਲਦਾ ਸਾਨੂੰ, ਸਾਰੇ ਪਿਆਰ ਕਰਦੇ ਨੇ, ਕੋਈ ਇਹੋ ਜਿਹੀ ਮਾੜਾ ਚੰਗਾ ਨਹੀਂ। ਅਸੀਂ ਭਾਵੇਂ ਧੱਕਾ ਕਰ ਜਾਂਦੇ ਹਾਂ ਪਰ ਉਹ ਨਹੀਂ ਬੋਲਦੇ, ਅੱਗੋਂ ਬਹੁਤ ਪਿਆਰ ਦਿੰਦੇ ਨੇ ਸਾਡੇ ਵੱਲੋਂ। ਮਤਲਬ ਵੀ ਬਹੁਤ ਵਧੀਆ ਆਨੰਦ ਵੱਜਾ ਹੈ, ਸਤਿਗੁਰੂ ਦੇ ਦਰਸ਼ਨ ਕਰਨੇ ਨਾਲੇ ਤੇ ਨਾਲੇ ਭਰਾਵਾਂ ਨਾਲ ਪਿਆਰ ਵੱਧਦਾ ਹੈ, ਬੜਾ ਆਨੰਦ ਵੱਜਾ ਹੈ। ਬੋਲੋ ਤੁਸੀਂ ਜੀ ਕੀ ਫਤਿਹ। ਸਾਨੂੰ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਬਾਰੇ ਦੱਸੋ। ਹਲੇ ਤਾਂ ਜੀ ਗੁਰੂ ਨਾਨਕ ਦੇ ਬਾਰੇ ਤਾਂ ਕੁਝ ਮੈਂ ਪੜ੍ਹਿਆ ਲਿਖਿਆ ਨਹੀਂ ਘੱਟ ਹਾਂ। ਬਾਕੀ ਸਾਨੂੰ ਇਹ ਬੜੀ ਖੁਸ਼ੀ ਹੈ ਕਿ ਮੈਂ ਆਪਣੀ ਜਨਮ ਭੂਮੀ 'ਚ ਆਇਆ, ਆਪਣੀ ਜਨਮ ਭੂਮੀ ਵੇਖੀਏ। ਮੇਰੀ ਜਨਮ ਭੂਮੀ ਪਿੰਡ ਲਾਗਰ ਹੈ, ਇੱਥੇ ਲਾਗਰਾਂ ਦੇ ਵਿੱਚੋਂ ਮੈਂ ਗਿਆ ਆ ਵਾਂ। ਕੋਲ ਮਾਨਾ ਵਾਲਾ ਥਾਣਾ, ਅਸੀਂ ਇੱਥੋਂ ਗਏ ਹਾਂ, ਸਾਨੂੰ ਬਹੁਤ ਪਿਆਰ ਮਿਲਿਆ। ਹੁਣ ਅਸੀਂ ਵਿੱਚੋਂ ਲਾਗਰਾਂ ਦੇ ਹੋ ਕੇ ਆਏ ਹਾਂ। ਬਾਕੀ ਅਸੀਂ ਸੱਚਾ ਸੌਦਾ ਗੁਰਦੁਆਰੇ ਦੇ ਦਰਸ਼ਨ ਕੀਤੇ ਨੇ, ਬਾਕੀ ਆ ਭਰਾਵਾਂ ਦੇ ਦਰਸ਼ਨ ਕੀਤੇ ਨੇ। ਐਡਾ ਆਨੰਦ ਆਇਆ ਸਾਨੂੰ, ਐਡਾ ਅਜੇ ਤੱਕ ਆਨੰਦ ਨਹੀਂ ਆਇਆ। ਅੱਛਾ, ਤੁਸੀਂ ਮੈਨੂੰ ਇਹ ਦੱਸਿਓ, ਤੁਸੀਂ ਮਤਲਬ ਕਿੰਨੇ ਸਾਲਾਂ ਤੋਂ ਇੱਧਰ ਆ ਰਹੇ ਹੋ? ਅਸੀਂ ਤੇ ਵਾਹਿਗੁਰੂ ਜੀ ਪਹਿਲੀ ਵਾਰੀ ਆਏ ਜੇ, ਤੇ ਸਾਡੇ ਬਜ਼ੁਰਗ ਦੇ ਵੱਡਾ ਭਰਾ ਸੀ, ਉਹ 2 ਵਾਰੀ ਆ ਚੁੱਕੇ ਨੇ। ਉਹ ਆਪਦੇ ਸਾਡਾ ਗਦਾਂ ਵਾਲਾ ਪਿੰਡ ਇੱਥੇ ਮੱਲੀਆਂ 4-5 ਪਿੰਡ ਮੱਲੀਆਂ ਦੇ ਨੇ,
ਉਹ ਪਿੰਡ ਵੀ ਗਏ ਨੇ, ਸਾਰੇ ਉਹਨਾਂ ਨੂੰ ਬਜ਼ੁਰਗ ਮਿਲੇ ਨੇ, ਬੜਾ ਪਿਆਰ ਦਿੱਤਾ ਉਹਨਾਂ ਨੇ ਤੇ ਉਹ 2 ਗੇੜੇ ਲਾ ਗਏ ਨੇ। ਅਸੀਂ ਪਹਿਲੀ ਵਾਰੀ ਆਏ ਆ ਤੇ ਸਾਨੂੰ ਤਾਂ ਐਂ ਸੀ ਵੀ ਖਰੇ ਵੀਜ਼ਾ ਲੱਗੇਗਾ ਨਾ ਲੱਗੇਗਾ। ਚਲੋ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਨੇ, ਤੇ ਵੀਜ਼ਾ ਲੱਗ ਗਿਆ ਤੇ ਅਸੀਂ ਦਰਸ਼ਨਦਾਰੇ ਕਰ ਲਏ ਨੇ। ਬੜਾ ਆਨੰਦ ਵੱਜਾ ਹੈ जी। बहुत शुक्रिया जनाब, आपका बहुत शुक्रिया, मेहरबानी। कैसे हैं जनाब आप? ਬਹੁਤ ਵਧੀਆ ਜੀ। ਨਾਂ ਕੀ ਸਰ ਤੁਹਾਡਾ? ਸਰ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ। ਅੱਛਾ, ਤੁਸੀਂ ਸਰ ਕਿੰਨੇ ਅਰਸੇ ਤੋਂ ਇੱਧਰ ਆ ਰਹੇ ਹੋ? ਸਰ ਮੈਂ ਤੇ ਆਪਣੇ ਆਪ ਨੂੰ ਬਹੁਤ ਹੀ ਭਾਗਾਸ਼ਾਲੀ ਸਮਝਦਾ ਜਿਹੜਾ ਮੈਂ ਪਹਿਲੀ ਵਾਰੀ ਆ ਗਿਆ ਜੀ ਤੇ ਬਹੁਤ ਮਜ਼ਾ ਆਇਆ ਜੀ। ਮੈਂ ਇੰਨਾ ਖੁਸ਼ ਹਾਂ ਆਂਦੇ ਨੇ ਇੱਕ ਕਹਾਵਤ ਹੈ ਪੰਜਾਬੀ 'ਚ, ਜਿਹੜਾ ਜਿਹਨੇ ਨਨਕਾਣਾ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਪਰ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ ਨਸੀਬ ਸਮਝਦਾ ਵਾਂ ਕਿ ਮੈਂ ਅੱਜ ਇੱਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਦਰਸ਼ਨ ਕੀਤੇ ਨੇ। ਬਹੁਤ ਮਜ਼ਾ ਆਇਆ ਜੀ। ਇੱਥੋਂ ਦੀ ਜਨਤਾ ਦਾ ਬਹੁਤ ਧੰਨਵਾਦ ਕਰਦੇ ਆ, ਜਿਹੜੇ ਸਾਨੂੰ ਖਿੱਚ ਕੇ ਇੱਕ ਤੇ ਜੱਫੀਆਂ ਪਾਉਂਦੇ ਨੇ, ਸੈਲਫੀਆਂ ਲੈਂਦੇ ਨੇ। ਬਹੁਤ ਮਜ਼ਾ ਆਉਂਦਾ ਜੀ। ਮੈਂ ਨਾ ਹਰ ਸਾਲ ਆਈਏ। ਅੱਛਾ, ਤੁਸੀਂ ਕੀ ਕਹਿੰਦੇ ਹੋ ਇੱਥੇ ਆ ਕੇ ਪਿਆਰ ਤੁਹਾਨੂੰ ਕਿਸ ਤਰ੍ਹਾਂ ਮਿਲਿਆ? ਤੁਸੀਂ ਆਪਣਾ ਮੁਲਕ ਮਹਿਸੂਸ ਕੀਤਾ ਇੱਥੇ ਕਿ ਨਹੀਂ? ਮੈਂ ਨਾ ਘਰ ਦੇ ਭੁੱਲ ਗਿਆ ਜੀ। ਇੱਥੋਂ ਦੀ ਜਨਤਾ ਬਹੁਤ ਪਿਆਰ ਕਰਦੀ ਹੈ ਜੀ। ਮੈਂ ਪਹਿਲਾਂ ਵੀ ਇੱਕ ਵਾਰੀ ਕਰਤਾਰਪੁਰ ਸਾਹਿਬ ਗਿਆ ਸੀ, ਉੱਥੇ ਮੈਂ ਵੇਖਿਆ ਹੈ ਭਾਈਚਾਰਾ ਬਹੁਤ ਜ਼ਿਆਦਾ ਹੈ। ਇਹ ਸਾਨੂੰ ਜਿਹੜੀ ਮੀਡੀਆ ਹੈ ਸਾਡੇ ਇੰਡੀਆ ਦੀ, ਉਹ ਇੰਨਾ ਕੁ ਡਰਾ ਛੱਡਦੀ ਹੈ, ਇੰਨਾ ਕੁ ਵਹਿਮ ਭਰ ਛੱਡਦੀ ਸਾਡੇ ਅੰਦਰ, ਸਾਡਾ ਇੱਧਰ ਆਉਣ 'ਤੇ ਦਿਲ ਨਹੀਂ ਕਰਦਾ। ਹੋਰ ਆਉਂਦੇ ਨੇ ਵੀ ਜਿੰਦਾ ਪਾਸਪੋਰਟ 'ਤੇ ਇੱਕ ਵਾਰੀ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਉਹ ਕਿਸੇ ਹੋਰ ਮੁਲਕ ਨਹੀਂ ਜਾ ਸਕਦਾ, ਪਰ ਮੈਂ ਆਨਾ ਇੱਥੇ ਆ ਕੇ ਸਾਨੂੰ ਲੱਗਦਾ ਹੀ ਨਹੀਂ। ਅਸੀਂ ਆਖੇ ਜਿੱਥੇ ਮਰਜ਼ੀ ਜਾ ਸਕਦੇ, ਤੇ ਸਾਨੂੰ ਸਾਰਿਆਂ ਨੇ ਤਸੱਲੀ ਦਿੱਤੀ ਐਵੇਂ ਦਾ ਕੁਝ ਵੀ ਨਹੀਂ ਹੈਗਾ। ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਕਰਮਾ ਭਾਗਾਂ ਵਾਲੇ ਸਮਝਦੇ ਹਾਂ ਜਿਹੜੇ ਅੱਜ ਇੱਥੋਂ ਸੰਗਤ ਦੇ ਦਰਸ਼ਨ ਕੀਤੇ ਨੇ, ਜਨਮ ਸਥਾਨ ਦੇ ਦਰਸ਼ਨ ਕੀਤੇ ਨੇ। ਬਹੁਤ ਹੀ ਭਾਗਾਸ਼ਾਲੀ ਆਪਣੇ ਆਪ ਨੂੰ ਸਮਝਦਾ। ਸਾਡੇ ਪਰਿਵਾਰ 'ਚੋਂ ਅੱਜ ਤੱਕ ਕੋਈ ਨਹੀਂ ਆਇਆ। ਮੇਰੇ ਇੱਕ ਤਾਇਆ ਜੀ ਆਏ ਸੀ। ਸਾਡਾ ਪਿਛੋਕੜ ਇੱਥੋਂ ਹੀ ਹੈ, ਜ਼ਿਲ੍ਹਾ ਸ਼ੇਖੂਪੁਰਾ, ਪਿੰਡ ਸਾਡਾ ਬਾਠ ਹੈ, ਤੂਰ ਬਾਠ, ਤੇ ਅਸੀਂ ਉੱਥੋਂ ਦੇ ਵਸਨੀਕ ਸੀ ਸਾਡੇ ਬਜ਼ੁਰਗ। ਤੇ ਅਸੀਂ ਪੁੱਛਿਆ ਇੱਥੇ ਮੁਲਾਜ਼ਮਾਂ ਨੂੰ, ਉਹਨਾਂ ਦੱਸਿਆ ਸਾਨੂੰ, ਸਾਡਾ ਜ਼ਿਲ੍ਹਾ ਸਾਰਾ ਦੱਸਿਆ, ਪਿੰਡ ਪੁੰਡ ਦੇ ਮਿਲੇ ਨੇ ਸਾਨੂੰ। ਬਹੁਤ ਮਜ਼ਾ ਆਇਆ ਜੀ, ਬਹੁਤ ਮਜ਼ਾ, ਜਿਹਨੂੰ ਅਸੀਂ ਇੰਨਾ ਫੀਲ ਨਹੀਂ ਕਰ ਸਕਦੇ, ਤੁਹਾਨੂੰ ਕਹਿ ਨਹੀਂ ਸਕਦੇ ਵੀ ਸਾਨੂੰ ਕਿੰਨਾ ਮਜ਼ਾ ਆ ਰਿਹਾ ਹੈ। ਇੱਥੋਂ ਦਾ ਬਹੁਤ ਪਿਆਰ ਮਿਲਦਾ, ਬਹੁਤ ਪਿਆਰ ਮਿਲਦਾ। ਤੁਹਾਡਾ ਕੀ ਨਾਮ ਹੈ ਸਰ ਜੀ? ਪਰਮਜੀਤ ਸਿੰਘ। ਅੱਛਾ, ਤੁਸੀਂ ਇੱਧਰ ਆਏ ਹੋ, ਇੱਧਰ ਦੇ ਸਿਕਿਉਰਿਟੀ ਦੇ ਬਾਰੇ ਸਾਨੂੰ ਦੱਸੋ। ਤੁਹਾਨੂੰ ਸਿਕਿਉਰਿਟੀ ਤੋਂ ਕੀ ਮੁਤਮਈਨ ਹੈਗੇ ਹੋ? ਸਿਕਿਉਰਿਟੀ ਬਹੁਤ ਵਧੀਆ, ਬਹੁਤ ਸਿਕਿਉਰਿਟੀ, ਪਿਆਰ ਵੀ ਬੜਾ ਮਿਲਦਾ ਸਿਕਿਉਰਿਟੀ ਵਾਲਿਆਂ ਨੂੰ ਕਰਕੇ। ਤੇ ਅੱਛਾ, ਇੱਕ ਕੁਐਸਚਨ ਹੈਗਾ ਕਿ ਅੰਦਰ ਜਿਹੜੀ ਲਾਈਨ ਲੱਗੀ ਹੈ, ਜਿੱਥੇ ਅੰਦਰ ਐਂਟਰੈਂਸ ਹੈਗੀ ਹੈ, ਉਧਰ ਮੁਸਲਮਾਨਾਂ ਨੂੰ ਡੱਕਦੇ ਪਏ ਨੇ, ਜਾਣ ਨਹੀਂ ਦੇ ਰਹੇ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਸਾਰਿਆਂ ਨੂੰ ਜਾਣਾ ਚਾਹੀਦਾ ਜੀ, ਸਾਰਿਆਂ ਦਾ, ਯਾਨੀ ਸਾਰਿਆਂ ਦਾ ਰਾਈਟ ਹੈਗਾ ਕਿ ਸਾਰਿਆਂ ਨੂੰ ਅੰਦਰ ਜਾਣਾ ਚਾਹੀਦਾ? ਸਾਰਿਆਂ ਨੂੰ ਜਾਣਾ ਚਾਹੀਦਾ ਜੀ, ਸਾਰੇ ਰਾਈਟਰ ਜੀ। ਬਹੁਤ ਸ਼ੁਕਰੀਆ ਜਨਾਬ ਤੁਹਾਡਾ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। अस्सलाम वालेकुम। वालेकुम सलाम। सर की ना अजे? मलक अली अफजाल वसीर। अली भाई तुसी कित्थों आए जे? मेरा पिंड नापीदीपुर वसीरां दा 10 किलोमीटर नाल पिंड मेरा, ते ये सारा शहर है माशाअल्लाह। ननकाना साहब पाकिस्तान की शान है, पंजाब दा शान है, शहर है, बड़ा सोहना शहर साडा। ते इत्थे रहिंदा बाबा गुरु नानक, ते बाबा गुरु नानक एक दुनिया तो मशहूर तरीन हस्ती है जी। ਤੇ ਇੰਡੀਆ ਵਿੱਚੋਂ ਸਿੱਖ ਖੱਤਰੀ ਆਉਂਦੇ ਨੇ। ਅਸੀਂ ਜੇ ਪਾਕਿਸਤਾਨ ਦੀ ਕੌਮ ਹੈ ਨਾ, ਉਹਨਾਂ ਅਸੀਂ ਇੰਨਾ ਕੁ ਪਿਆਰ ਕਰਨੇ ਆ ਤੇ ਇੰਨੀ ਕੁ ਮੁਹੱਬਤ ਦਿੰਦੇ ਆਪਣੀ ਜਾਨ ਤੋਂ ਵੱਧ। ਉਹ ਸਾਨੂੰ ਗਲਤ ਸਮਝਦੇ ਨੇ, ਅਸੀਂ ਕਦੇ ਗਲਤ ਨਹੀਂ ਸਮਝਿਆ। ਉਹ ਜਦੋਂ ਸੋਚਦੇ ਨੇ ਜਾਂ ਆਉਂਦੇ ਨੇ ਕਿ ਪਾਕਿਸਤਾਨ ਦੀ ਆਵਾਮ ਹੈ ਨਾ, ਉਹ ਗਲਤ ਹੈ ਜਾਂ ਨਹੀਂ। ਅਸੀਂ ਇਹ ਦੇਖ ਲਓ, ਉਹਨਾਂ ਦਾ ਬਾਬਾ ਗੁਰੂ ਨਾਨਕ ਹੈ, ਉਹਨਾਂ ਦੀ ਵੱਧ ਇੰਨੇ ਮੁਹੱਬਤ ਪਿਆਰ ਦਿੰਦੇ। ਜੇ ਸਾਡੇ ਦਿਲੋਂ ਪਿਆਰ ਕਰਨ ਉਹ ਇੰਡੀਆ ਵਾਲੇ ਸਿੱਖ ਖੱਤਰੀ, ਤਾਂ ਅਸੀਂ ਕਿੰਨੀ ਜਾਨ ਹਾਜ਼ਰ ਦੇ ਦਈਏ। ठीक हो गया जनाब, बहुत शुक्रिया भाई ਤੁਹਾਡਾ, बड़ी मेहरबानी, बड़ी मेहरबानी। नाज़रीन, जैसा कि आपने देखा, हमने गुरु नानक सरकार के बारे में सिख बरदरी से बातचीत की, उनसे इनके बारे में जाना और उनके रिव्यूज़ और उनके बारे में जो उनके दिल के हालात और फीलिंग्स जो हैं हमारी कंट्री के बारे में और यहाँ के गुरु नानक सरकार के बारे में हमने उनसे उनके बारे में पता किया। यहाँ पे गुरु नानक सरकार में अभी इसलिए ये सब इस तरह से मेले का जश्न लगा हुआ है क्योंकि गुरु नानक सरकार का 552 यानी कि 550, और आप देख सकते हैं कि यहाँ से किस तरह से अवाम की चहल पहल है, अवाम यहाँ पे किस तरह से आ जा रही है। यहाँ पे सिख बरदरी भी मौजूद है और यहाँ पे पाकिस्तान के लोग भी मौजूद हैं। आप इसके साथ अब आप अपने मेज़बान शहबाज सरवर को इजाज़त दें। हमारे चैनल को सब्सक्राइब कीजिएगा और आपको अगर हमारी वीडियो अच्छी लगे तो काइंडली हमारी वीडियो को लाइक कीजिएगा। मुझे इजाज़त दें, अल्लाह हाफिज़।